सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत विरदी। बुलेटिन की शुरुआत करते हैं वड्डी खबर दे नाल। ਅੰਮ੍ਰਿਤਸਰ 'ਚ ਆਵਾਰਾ ਕੁੱਤਿਆਂ ਤੇ ਹੁਣ ਨਗਰ ਨਿਗਮ ਨਕੇਲ ਕੱਸਣ ਦੀ ਤਿਆਰੀ ਦੇ ਵਿੱਚ ਹੈ। ਨਗਰ ਨਿਗਮ ਇਹਨਾਂ ਕੁੱਤਿਆਂ ਦੀ ਨਸਬੰਦੀ ਕਰਵਾਉਣ ਦੀ ਤਿਆਰੀ ਦੇ ਵਿੱਚ ਹੈ। ਸ਼ਹਿਰ ਦੇ ਵਿੱਚ ਨਸਬੰਦੀ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਰੀਬ 50,000 ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ। ਬਿਮਾਰੀਆਂ ਤੋਂ ਬਚਾਅ ਦੇ ਲਈ ਵੀ ਦਿੱਤੀ ਜਾ ਰਹੀ ਹੈ ਵੈਕਸੀਨੇਸ਼ਨ। ਨਸਬੰਦੀ ਤੋਂ ਬਾਅਦ ਕੁੱਤਿਆਂ ਨੂੰ ਟੈਗ ਲਗਾ ਕੇ ਛੱਡਿਆ ਜਾ ਰਿਹਾ ਹੈ। ਤਾਂ ਅੰਮ੍ਰਿਤਸਰ ਦੇ ਵਿੱਚ ਕੁੱਤਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਨਗਰ ਨਿਗਮ ਦੇ ਵੱਲੋਂ ਕੁੱਤਿਆਂ ਦੀ ਨਸਬੰਦੀ ਦਾ। ਤੇ ਸ਼ਹਿਰ ਦੇ ਵਿੱਚ ਇਸ ਦੇ ਲਈ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ। 50,000 ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ। ਬਿਮਾਰੀਆਂ ਤੋਂ ਬਚਾਅ ਦੇ ਲਈ ਵੈਕਸੀਨੇਸ਼ਨ ਵੀ ਦਿੱਤੀ ਜਾ ਰਹੀ ਹੈ ਅਤੇ ਨਸਬੰਦੀ ਤੋਂ ਬਾਅਦ ਕੁੱਤਿਆਂ ਨੂੰ ਟੈਗ ਲਗਾ ਕੇ ਛੱਡਿਆ ਜਾਵੇਗਾ। ਆਪਾਂ ਇਹਨੂੰ ਨਾ ਟੀਕਾ ਇਸ ਲਈ ਲਾਈਦਾ ਕਿ ਜਦੋਂ ਕੁੱਤਾ ਫੜੀਦਾ ਵਾ ਇਹ ਐਕਟਿਵ ਬਹੁਤ ਹੁੰਦਾ ਵਾ, ਬਾਅਦ ਵਿੱਚ ਇਹ ਜਾਲੀ ਕੱਢ ਦਿੰਦਾ ਵਾ ਤੇ ਸਾਰੇ ਇਹਨੂੰ ਆਪਾਂ ਇੰਜੈਕਸ਼ਨ ਲਾ ਕੇ ਥੋੜਾ ਮਸਤ ਹੋ ਜਾਂਦਾ। ਇੱਕ ਤੇ ਜਾਲੀ ਨਹੀਂ ਕੱਢਦਾ, ਜਦੋਂ ਬਾਅਦ ਵਿੱਚ ਅਸੀਂ ਉੱਥੇ ਜਾ ਕੇ ਉਤਾਰਦੇ ਹਾਂ ਤੇ ਤਾਂ ਕਿ ਸਾਨੂੰ ਕੱਟੇ ਨਾ। ਬਾਅਦ ਵਿੱਚ ਜਦੋਂ ਇਹਨਾਂ ਨੂੰ ਬਾਅਦ 'ਚ ਅਸੀਂ ਉੱਥੇ ਜਾ ਕੇ ਖਾਣਾ ਪਾਉਂਦੇ ਹਾਂ, ਪਿਆਰ ਪਿਊਰ ਕਰਦੇ, ਇਹ ਬਾਅਦ ਵਿੱਚ ਸਾਡੇ ਭੇਤੀ ਹੋ ਜਾਂਦੇ ਨੇ। ਫਿਰ ਇਹਨਾਂ ਨੂੰ ਕੋਈ ਇੰਜੈਕਸ਼ਨ ਨਹੀਂ ਇੱਦਾਂ ਦਾ ਲਾਈਦਾ। ਫਿਰ ਇਹਨਾਂ ਨੂੰ ਅਸੀਂ ਆਪਣੇ ਮਤਲਬ ਐ ਪਿਆਰ ਕਰਕੇ ਪਰਿਵਾਰ ਵਰ ਨੂੰ ਰੱਖੀ। अमित शर्मा मेरे सहयोगी ज्यादा जानकारी ਲਈ जुड़े ने। तो अमित, लगातार कुत्तियां ਦੀ ਵੱਧ ਰਹੀ संख्या आम लोगों के लिए परेशानी का सबब बनी हुई सी, फिलहाल की कुछ जानकारी है? जी बिल्कुल, जी कुत्तियां दी जी संख्या लगातार जी वधी जा रही है, जिससे आम लोग भी काफी परेशान है। हुण जिहड़ा नगर निगम सुचेत नजर आ रहा है। आवारा कुत्तियां दी वधी गिनती नूं काबू पाउण लई अज शहर दे 50,000 कुत्तियां दी लगभग नसबंदी की जाएगी ते वख-वख बीमारियां तो सुरक्षित रखण लई इन्हां नूं वैक्सीनेशन भी दी जाएगी ते उस तो बाद ਜਿਹੜੇ ਆਵਾਰਾ ਕੁੱਤਿਆਂ ਨੂੰ ਵੈਕਸੀਨੇਸ਼ਨ ਨਸਬੰਦੀ ਦੇ ਟੈਗ ਲਗਾ ਕੇ ਉੱਥੇ ਥਾਂ ਤੇ ਹੀ ਛੱਡਿਆ ਜਾਏਗਾ ਜਿੱਥੋਂ ਆਮ ਲੋਕ ਵੀ ਸੁਰੱਖਿਅਤ ਰਹਿਣਗੇ। ਜੀ ਅਮਿਤ जी शुक्रिया अमित। फिलहाल इस सारी जानकारी ਦੇ ਲਈ ਤਾਂ ਪ੍ਰਸ਼ਾਸਨ ਦੇ ਵੱਲੋਂ ਇਸ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਨਿਗਮ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਕੁੱਤਿਆਂ ਨੂੰ ਫੜ ਰਹੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਨਸਬੰਦੀ ਕਰਨ ਤੋਂ ਬਾਅਦ ਟੈਗ ਲਗਾ ਕੇ ਇਹਨਾਂ ਨੂੰ ਛੱਡਿਆ ਜਾਵੇਗਾ। ਤੇ ਕੋਰੋਨਾ ਕਾਲ ਦੇ ਵਿੱਚ ਸਿਹਤ ਵਿਭਾਗ ਤੋਂ ਹੁਣ ਲੋਕ ਜਿੱਥੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਉੱਥੇ ਹਸਪਤਾਲ ਜਾਣ ਤੋਂ ਵੀ ਡਰਨ ਲੱਗੇ ਨੇ। ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਇਹੀ ਹਾਲ ਹੈ। ਭਵਾਨੀਗੜ੍ਹ ਦੇ ਪਿੰਡ ਰਾਜਪੁਰਾ ਦੇ ਲੋਕ ਕੋਰੋਨਾ ਤੋਂ ਜ਼ਿਆਦਾ ਹਸਪਤਾਲ ਜਾਣ ਤੋਂ ਡਰ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਜਾਣ ਤੋਂ ਬਾਅਦ ਸਿਰਫ ਲਾਸ਼ਾਂ ਹੀ ਵਾਪਸ ਆਉਂਦੀਆਂ ਨੇ। ਹੁਣ ਪਿੰਡ ਦੀ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਜੇਕਰ ਕੋਈ ਵੀ ਸ਼ਖਸ ਕੋਰੋਨਾ ਦੀ ਚਪੇਟ 'ਚ ਆਉਂਦਾ ਹੈ ਤਾਂ ਹਸਪਤਾਲ ਨਹੀਂ ਭੇਜਣਗੇ, ਬਲਕਿ ਪਿੰਡ ਵਿੱਚ ਹੀ ਇਕਾਂਤਵਾਸ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਸੰਗਰੂਰ ਦੇ ਪਿੰਡ ਚੱਠਾ ਨਨਹੇਰਾ 'ਚ ਵੀ ਲੋਕ ਅਜਿਹਾ ਫੈਸਲਾ ਲੈ ਚੁੱਕੇ ਨੇ। ਮੁਕਤਸਰ ਦੇ ਪਿੰਡ ਪੁੱਟੀਵਾਲਾ ਦੇ ਸਰਕਾਰੀ ਸਕੂਲ 'ਚ ਲੋਕਾਂ ਨੇ ਕੋਰੋਨਾ ਸੈਂਪਲ ਲੈਣ ਪਹੁੰਚੀ ਟੀਮ ਦਾ ਵਿਰੋਧ ਕੀਤਾ। ਪਿੰਡ ਦੇ ਕੁਝ ਲੋਕਾਂ ਨੇ ਟੀਮ ਦਾ ਵਿਰੋਧ ਕੀਤਾ, ਜਿਸ ਨਾਲ ਮਾਹੌਲ ਤਲਖ ਹੋ ਗਿਆ, ਪਰ ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ। ਸਵਾਲ ਇਹ ਹੈ ਕਿ ਆਖਰ ਲੋਕਾਂ ਦੇ ਵਿੱਚ ਅਜਿਹਾ ਡਰ ਪੈਦਾ ਕਿਉਂ ਹੋ ਰਿਹਾ ਹੈ? ਸਿਹਤ ਵਿਭਾਗ ਨੂੰ ਲੋਕਾਂ ਦੀ ਸ਼ੰਕਾ ਦੂਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਿਹਤ ਵਿਭਾਗ ਦੀ ਟੀਮ ਦਾ ਲੋਕਾਂ ਦੇ ਵੱਲੋਂ ਸਿਰਫ ਵਿਰੋਧ ਹੀ ਨਹੀਂ ਕੀਤਾ ਜਾਂਦਾ, ਬਲਕਿ ਕਈ ਥਾਵਾਂ ਤੇ ਕੁੱਟਮਾਰ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ। ਸ਼ਾਸਨ ਆਉਂਦਾ ਹੈ, ਮਰੀਜ਼ਾਂ ਨੂੰ ਚੁੱਕ ਕੇ ਲੈ ਜਾਂਦਾ, ਵਾਪਸੀ ਨਹੀਂ ਕਰਦਾ। ਇਹ ਲੋਕਾਂ 'ਚ ਮਾਹੌਲ ਗਮਹੀਣ ਬਣਿਆ ਹੈ ਤੇ ਪਿੰਡ ਦੇ ਕੁਝ ਬੰਦੇ ਮੇਰੇ ਕੋਲੇ ਆ ਕੇ ਅਪਰੋਚ ਕਰਨ ਲੱਗੇ ਵੀ ਸਾਨੂੰ ਕੋਈ ਵੇਲੇ ਕੋਲੇ ਚੁੱਕ ਕੇ ਨਾ ਲੈ ਜੇ ਜਾਂ ਇੱਦਾਂ ਨਾ ਹੋਵੇ, ਨਾ ਆਹ ਨਾ ਹੋਵੇ। ਅਸੀਂ ਇਸ ਕਰਕੇ ਪਿੰਡ ਦਾ ਇਕੱਠ ਕਰਕੇ ਇੱਕ ਮਤਾ ਪਾਸ ਕੀਤਾ ਹੈ ਵੀ ਸਾਡੇ ਜਿਹੜਾ ਕੋਈ ਪ੍ਰਸ਼ਾਸਨ ਜਾਂ ਕੋਈ ਟੀਮ ਆਵੇਗੀ ਅਸੀਂ ਉਹਦੀ ਰਿਸਪੈਕਟ ਕਰਾਂਗੇ, ਪਰ ਸਾਡੇ ਮਰੀਜ਼ਾਂ ਨੂੰ ਚੁੱਕ ਕੇ ਨਾ ਲੈ ਕੇ ਜਾਇਆ ਜਾਵੇ। ਜੇ ਸਾਡੇ ਕੋਈ ਕਰੋਨਾ ਦਾ ਮਰੀਜ਼ ਆਉਂਦਾ ਹੈ ਤਾਂ ਅਸੀਂ ਨੂੰ ਆਪਣੀ ਸਰਕਾਰੀ ਜਗ੍ਹਾ 'ਚ ਇਕਾਂਤਵਾਸ ਕਰਾਵਾਂਗੇ। ਅੱਜ ਮਸਲਾ ਇਹ ਹੈ ਜੀ, ਜਿਹੜੀ ਕੋਵਿਡ-19 ਬਿਮਾਰੀ ਦੇ ਸੰਬੰਧ ਦੇ ਵਿੱਚ ਮੈਡੀਕਲ ਟੀਮਾਂ ਆਈਆਂ ਸੀਗੀਆਂ, ਉਹ ਪਿੰਡ ਦੇ ਵਸਨੀਕਾਂ ਨੂੰ ਧੱਕੇ ਨਾਲ ਕਰੋਨਾ ਟੈਸਟ ਕਰਨੀਆਂ ਚਾਹੁੰਦੀਆਂ ਸੀਗੀਆਂ ਤੇ ਪਿੰਡ ਦੇ ਨਗਰ ਨਿਵਾਸੀ ਆ ਜਿਹੜੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਹੜਾ ਇਹ ਕਰੋਨਾ ਟੈਸਟ ਨਹੀਂ ਕਰਾਉਣਾ ਚਾਹੁੰਦੇ, ਕਿਉਂਕਿ ਇਹਦੇ ਨਾਲ ਇਹ ਜਿਹੜੀਆਂ ਹੈਗਾ ਕਰੋਨਾ ਇਹ ਕਰਨ ਦੇ ਹੈਗੇ ਟੈਸਟ ਕਿੱਟਾਂ ਜੋ ਵੀ ਇਹਨਾਂ ਦੇ ਹੈਗਾ ਪ੍ਰੋਪਰ ਥਿਓਰੀ ਨਾਲ ਜਿਹਨਾਂ ਕਰਦੇ ਆ ਉਹਦੇ ਨਾਲ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਗਲਤ ਆ ਰਹੀਆਂ। ਬੰਦੇ ਨੂੰ ਬਿਮਾਰੀ ਹੁੰਦੀ ਨਹੀਂ ਤੇ ਉਹ ਬੰਦੇ ਬਿਮਾਰੀ ਵਿੱਚ ਦਿਖਾ ਦਿੰਦੇ ਆ, ਜਿਹਦੇ ਕਰਕੇ ਜਿਹੜਾ ਆਮ ਇਨਸਾਨ ਹੈ ਉਹ ਬਹੁਤ ਸਾਰੇ ਬੰਦਿਆਂ ਦੇ ਸੰਪਰਕ 'ਚ ਵੀ ਆਇਆ ਹੁੰਦਾ, ਬਿਮਾਰੀ ਉਹਨੂੰ ਹੁੰਦੀ ਨਹੀਂ ਤੇ ਸਹਿਮ ਦਾ ਮਾਹੌਲ ਬਣ ਜਾਂਦਾ। ਇੱਥੇ ਨਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਕਰੋਨਾ ਟੈਸਟ ਹੈ ਉਹ ਕਰਨੀ ਸੀ। ਸਿਹਤ ਵਿਭਾਗ ਦੀ ਟੀਮ ਆਈ ਹੈ, ਲੋਕਾਂ ਨੂੰ ਕਿਤੇ ਗਲਤ ਗਾਈਡ ਕਰਤਾ ਵੀ ਧੱਕੇ ਨਾਲ ਸਾਰਿਆਂ ਦੇ ਜਿਹੜੇ ਟੈਸਟ ਕਰਨੇ ਆ, ਉਹ ਇਸ ਕਰਕੇ ਲੋਕ ਇੱਥੇ ਹੋ ਗਏ ਸੀ ਇਕੱਠੇ। ਉਹਨਾਂ ਨੂੰ ਸਮਝਾਤਾ ਸੀ, ਦੱਸਤਾ ਵੀ ਭਾਈ ਧੱਕੇ ਨਾਲ ਕੋਈ ਨਹੀਂ, ਜਿਹੜਾ ਉਹਦਾ ਵਿਲਿੰਗ ਹੈ ਜਾਂ ਜਿਹਨੂੰ ਕੋਈ ਪ੍ਰੋਬਲਮ ਆ ਉਹ ਕਰਾ ਸਕਦਾ।
इस खबर से अशफाक टुडी मेरे सहयोगी ज्यादा जानकारी दे लई जुड़े ने। तां अशफाक, लगातार पिंड तो अजिहियां तस्वीरां सामने आ रही ने, लोग सेहत विभाग दीयां टीमां दा विरोध कर रहे हैं सहयोग करने की बजाय, की कारण दस्सिया जा रहा है? जी अमृत, बिल्कुल जिस तरह के सेहत विभाग की टीम के वालों अज पिंड पुट्टीवाला दे विच कोरोना टैस्ट सैंपलिंग की जानी थी, लेकिन पिंड दे ही कुछ लोगों वालों इस चीज का विरोध किया गया। जी अमृत, हेलो, अशफाक, लोग सेहत विभाग दी टीमां दा विरोध कर रहे हैं, हस्पताल जाण तो डर रहे हैं, की कारण लोगों वालों दस्सिया जा रहा है? जी बिल्कुल यही है कि एक कारण यही दस्सिया जा रहा है कि लोगों विच अवेयरनेस की जरूरत है कि लोगों को अवेयर किया जाए कि तुसी इस चीज की सैंपलिंग कराओ तां जो तुसी इस महामारी तो बच सको। लेकिन कुछ अजे लोग ने जो इस बीमारी तो अपना सैंपलिंग नहीं करवाना चाहते और सरकार के बिल्कुल खिलाफ जाना चाहते हैं। सरकार तो बिल्कुल लोगों के हितों के विच जा रही है कि सैंपलिंग कराओ आप इस महामारी तो बचो, लेकिन कुछ लोगों को गलत गाइड मिसगाइड करके यह कह रहे हैं कि सैंपलिंग करावांगे तो या कुछ होर उन्होंने जबरदस्ती करो। लेकिन जो अधिकारी है यही गल कह रहे हैं कि अगर साडे वालों उन्होंने जबरदस्ती सैंपलिंग नहीं की जा रही, बल्कि उन्होंने यह कहा जा रहा है कि तुसी सैंपलिंग कराओ कि तुसी इस बीमारी तो बच सको। जी अशफाक, शुक्रिया फिलहाल इस सारी जानकारी दे लई। तां लोग हुण हस्पताल जाण तो डर रहे हैं। लोगों का कहना है कि हस्पताल लोग जांदे ने पर उत्थों फिर वापस नहीं आउंदे, जिस लई उन्हां फैसला लिया है कि हुण पिंड दे विच ही एकांतवास करनगे। ते गल करदे हां फतेहाबाद दी, जिथे भी सेहत विभाग की टीम नूं विरोध का सामना करना पिया। पिंड धारसुल दे विच कोरोना का सैंपल लैण आई सी टीम, इत्थे परिवार ने टीम दे नाल गाली गलोच कीता ते टीम नूं देख के डांगां चुक लईआं। सैंपल नहीं देंगे, मर जावांगे या मार देंगे, ये गल उन्हां परिवारां दे वल्लों लगातार कही जा रही सी। पर सेहत विभाग की टीम दे नाल इत्थे गाली गलोच किया गया, भद्दी शब्दावली का इस्तेमाल किया गया है। इन्हां लोकां दा कहना है कि वो सैंपल नहीं देंगे किसी भी कीमत पे। तां ये तस्वीरां पिंड धारसूल दियां ने, जिथे सेहत विभाग की टीम लोगों के सैंपल लैण दे लई पहुंची हुई सी। दरअसल हुण सरकार दे वल्लों कहा गया है कि जिहड़े इलाकिਆਂ ਦੇ ਵਿੱਚ लगता है कि उत्थे कोरोना का कहर ज़्यादा है या पॉजिटिव मामले आ रहे हैं तो उत्थे जाके सेहत विभाग की टीम सैंपल लवे, पर इत्थे लोगों का विरोध हुण वड्डे पद्धर ते हो रहा है। जसपाल सिंह मेरे सहयोगी ज़्यादा जानकारी लिए जुड़ गए हैं। तो जसपाल, इत्थे सेहत विभाग की टीम के नाल बदसलूकी की गई है, फिलहाल की कहना है इन्हां परिवार वालियां दा? देखिए, मैं आपको बताना चाहूंगा कि कल जो है स्वास्थ्य विभाग की जो टीम है वो एक धारसुल गांव के अंदर कोरोना संक्रमित महिला के बेटे का जो है टेस्ट लेने के लिए वहां पर गई थी, सैंपल लेने के लिए गई थी। तो वहां उन जो लड़का है, वकील बेटा है महिला का, उसने उनके साथ काफी बदतमीजी की, गाली गलौज निकाली और जो है पुलिस ने अब इसकी शिकायत जो है पुलिस में दी गई है और पुलिस ने विभिन्न धाराओं के तहत इस जो गाली गलौज करने वाला व्यक्ति है उसके खिलाफ मामला दर्ज कर लिया। जी जसपाल, शुक्रिया फिलहाल इस सारी जानकारी दे लई। तां जिस व्यक्ति दे वल्लों गाली गलोच पुलिस दे नाल माफ करना सेहत विभाग की टीम दे नाल कीता गया है, उसके खिलाफ पुलिस ने मामला दर्ज कर लिया है तो कार्रवाई हुण शुरू कर दी है। पर ये तस्वीरां हर रोज़ अजिहियां हर थां तो सामने आ रही ने जिथे सेहत विभाग की टीम के खिलाफ लोगों का विरोध वधदा ही जा रहा है। अगली वड्डी खबर दा रुख करदे हां, गल करदे हां अमृतसर तो कांग्रेस के मैंबर पार्लीमेंट गुरजीत सिंह औजला दी, जिन्हां केंद्र सरकार के खिलाफ मोर्चा खोल दिता है। अमृतसर च जलियांवाला बाग दे विच मौन वर्त ते बैठ गए ने औजला। खेती ऑर्डीनेंस ते परीक्षावां करवाए जाने का विरोध औजला वालों किया जा रहा है। केंद्र सरकार नूं किसान विरोधी दस्सिया है औजला ने। विद्यार्थियों की जिंदगी दे नाल खिलवाड़ क्यों की जा रही है, ये औजला दे वल्लों कहा जा रहा है, जिस नूं लैके औजला अपने साथियों के नाल मौन वर्त ते बैठ गए ने। तो तुसीं तस्वीरां देख सकते हो जलियांवाले बाग दीयां तस्वीरां, जिथे गुरजीत औजला सांसद ने अमृतसर तो ये मौन वर्त ते बैठ गए ने। कहा जा रहा है कि किसान मारू तीनों बिल रद्द करो, ऑर्डीनेंस जिहड़े लिआंदे गए ने केंद्र सरकार वालों। बेशक केंद्र सरकार ये दावे कर रही है कि इस दे नाल किसानां दा लाभ होवेगा ते MSP नूं खत्म नहीं किया जाएगा। तो दूजे पासे दसदे कि एक पासे नीट और JEE दी परीक्षावां नूं लैके रेड़का अजे तक बरकरार है, तो दूजे पासे यूनिवर्सिटी दी फाइनल ईयर दी एग्जाम्स भी साफ कर दिता गया है कि
ਬਿਨਾਂ ਐਗਜ਼ਾਮਸ ਦਿੱਤੇ ਵਿਦਿਆਰਥੀਆਂ ਨੂੰ ਪ੍ਰਮੋਟ ਨਹੀਂ ਕੀਤਾ ਜਾਵੇਗਾ। ਤਾਂ ਅਜਿਹੇ ਦੇ ਵਿੱਚ ਵਿਦਿਆਰਥੀਆਂ ਦੇ ਲਈ ਐਗਜ਼ਾਮਸ ਦੇਣੇ ਜ਼ਰੂਰੀ ਨੇ ਤੇ ਉਧਰ ਜੇਈ ਅਤੇ ਨੀਟ ਦੀਆਂ ਪ੍ਰੀਖਿਆਵਾਂ ਸਤੰਬਰ ਦੇ ਵਿੱਚ ਹੋਣ ਜਾ ਰਹੀਆਂ ਨੇ ਤੇ ਇਹਨਾਂ तमाम ਗੱਲਾਂ ਨੂੰ ਲੈ ਕੇ ਗੁਰਜੀਤ ਔਜਲਾ ਬੈਠੇ ਹੋਏ ਨੇ ਧਰਨੇ ਤੇ। ਸਿੱਧਾ ਰੁਖ ਕਰਦੇ ਹਾਂ, ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਰਾਜੀਵ, ਬੇਸ਼ੱਕ ਕੇਂਦਰ ਬਾਰ-ਬਾਰ ਇਹ ਗੱਲਾਂ ਕਹਿ ਰਹੀ ਹੈ, ਲਿਖਤੀ ਦੇ ਵਿੱਚ ਵੀ ਦੇ ਚੁੱਕੀ ਹੈ ਕਿ ਇਸ ਆਰਡੀਨੈਂਸ ਦੇ ਨਾਲ ਕਿਸਾਨਾਂ ਨੂੰ ਘਾਟਾ ਨਹੀਂ ਬਲਕਿ ਲਾਹਾ ਹੀ ਹੋਵੇਗਾ, ਪਰ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਦੇ ਵੱਲੋਂ ਤੇ ਕਾਂਗਰਸ ਦੇ ਵੱਲੋਂ ਵੀ ਪ੍ਰਦਰਸ਼ਨ ਜਾਰੀ ਨੇ। ਦੂਜੇ ਪਾਸੇ ਪ੍ਰੀਖਿਆਵਾਂ ਦਾ ਮਾਮਲਾ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ। जी हाँ बिल्कुल अमृत, जिस तरह केंद्र सरकार इन्हां सारे मामलों के उपर स्पष्ट कर चुकी है कि इस दे विच असी किसी दे नाल भी कोई धक्का नहीं होण देवांगे। पर अमृतसर तो गुरजीत सिंह औजला जो कि सांसद ने वो इत्थे कुछ वख-वख संगठनां ते यूनियनां दे जिहड़े प्रेजिडेंट ने उन्हां दे नाल इत्थे बैठे हुए ने। ताकि ये सिर्फ एक सियासी तस्वीर है, सवाल भी असी जरूर करांगे क्योंकि जिस जिहड़े ऑर्डीनेंस की गल कर रहे हैं उस नूं लैके अकाली दल भी बहुत सारे दावे कर चुके हैं और केंद्र सरकार भी बहुत कुछ कह चुकी है। पर गुरजीत सिंह औजला का इत्थे आके बैठना ये भी अपने आप दे विच एक वड्डा सवाल है क्योंकि केंद्र सरकार ते उन्हां दे भाईवाल तो स्पष्ट कर चुके ने। फिर तुसीं ये किहड़ी मंग नूं लैके इत्थे पहुंचे? नहीं, स्पष्ट की कर चुके हैं। देखो की वो स्पष्ट करते हैं कि ਜਿਹੜੇ प्राइवेट मार्केट कमेटियां ने, मार्केट ਜਿਹੜੀਆਂ सरकारी मंडियां ने बंद नहीं होणगीਆਂ। ਜਦੋਂ प्राइवेट प्लेयर ही आ गया, ਉਹਨੇ ਪ੍ਰਾਈਵੇਟ ਪਲੇਅਰ ਦਾ ਕੰਮ ਕੀ ਹੁੰਦਾ, ਉਹਨੇ ਸ਼ੁਰੂ ਚ ਆ ਕੇ ਭਾਅ ਚੰਗਾ ਦੇਣਾ, ਬਾਅਦ ਚ ਉਹਨੇ ਇਹਨਾਂ ਸਾਰਿਆਂ ਨੂੰ ਸਾਲ ਬਾਅਦ ਉਹਨੇ ਰੋਲ ਦੇਣਾ ਮੰਡੀਆਂ ਜਦੋਂ ਬੰਦ ਹੋ ਗਈਆਂ। ਅੱਜ ਸਾਡੇ ਨਾਲ ਆੜਤੀ ਯੂਨੀਅਨ ਦੇ ਪ੍ਰਧਾਨ ਬੈਠੇ ਨੇ, ਕਿਸਾਨ ਯੂਨੀਅਨ ਸਾਰੀ ਬੈਠੀ ਹੈ, ਮਾਰਕੀਟ ਕਮੇਟੀ ਦੇ ਚੇਅਰਮੈਨ ਬੈਠੇ ਨੇ। ਕਾਹਦੇ ਵਾਸਤੇ ਬੈਠੇ ਨੇ? ਅਸੀਂ ਤਾਂ ਅੱਜ ਐਜੀਟੇਸ਼ਨ ਕਰਨ ਲੱਗੇ ਆ। ਕਿਸਾਨ ਜਥੇਬੰਦੀਆਂ ਸਮੁੱਚੀਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਨੇ। ਆਨਲਾਈਨ ਖਰੀਦ ਦੀ ਗੱਲ ਤਾਂ ਕੈਪਟਨ ਸਾਹਿਬ ਵੀ ਕਹਿੰਦੇ। ਨਹੀਂ, ਕੈਪਟਨ ਸਾਹਿਬ ਨੇ ਅੱਜ ਵਿਰੋਧਤਾ ਕੀਤੀ ਹੈ ਕਿ ਕੋਈ ਵੀ ਬਿੱਲ ਜਿਹੜਾ ਇਹੋ ਜਿਹਾ ਲਾਗੂ ਨਹੀਂ ਹੋਏਗਾ। ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਕਿ ਮੇਰੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੀ ਲਾਗੂ ਨਹੀਂ ਹੋਣ ਦਿਆਂਗੇ। ਨਾਲ ਸਰਕਾਰੀ ਮੰਡੀ ਦਾ ਜਿਹੜਾ ਚੱਲਣਾ ਆ ਉਹ ਸੁਨਿਸ਼ਚਿਤ ਕੀਤਾ ਗਿਆ ਹੈ। ਪਰ ਉੱਥੇ ਸੁਖਬੀਰ ਬਾਦਲ ਹੋਣੀ ਇਹਦੀ ਵਿਰੋਧਤਾ ਕਰਦੇ ਨੇ ਔਰ ਲਿਆ ਕੇ ਪੰਜਾਬ ਦੇ ਵਿੱਚ ਜਦੋਂ ਆਉਂਦੇ ਨੇ ਉਦੋਂ ਕਹਿੰਦੇ ਜੀ ਇਹਦੀ ਵਿਰੋਧਤਾ ਅਸੀਂ ਬਹੁਤ ਭਾਰੀ, ਅਸੀਂ ਕੋਈ ਵੱਡੀ ਕੁਰਬਾਨੀ ਕਰਾਂਗੇ ਕਿਸਾਨ ਦੇ ਹੱਕ 'ਚ। ਤੇ ਜਦੋਂ ਬਿੱਲ ਪਾਸ ਕਰਨਾ ਸੀ ਉਦੋਂ ਜਿਹੜੇ ਉੱਥੇ ਕੈਬਨਿਟ ਦੇ ਵਿੱਚ ਸਾਈਨ ਕੀਤੇ ਆ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਚਿੱਠੀ ਦਿਖਾਈ ਗਈ ਕਿ ਅਸੀਂ ਦੇਖੋ ਅਸੀਂ ਬਿਲਕੁਲ ਸੱਚ ਬੋਲ ਰਹੇ ਹਾਂ, ਵਿਰੋਧੀ ਜਿਹੜੇ ਨੇ ਉਹ ਇੱਕ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ ਇਸ ਮੁੱਦੇ। ਤੁਸੀਂ ਸਮਝਦੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਦਾ ਨਰਿੰਦਰ ਮੋਦੀ ਦੇ ਅੱਗੇ ਕੋਈ ਵਜੂਦ ਹੈ? ਕੀ ਉਹ ਚਿੱਠੀ ਦਾ ਕੋਈ ਮੁੱਲ ਹੈ? ਫਿਰ ਬਿੱਲ ਲੈ ਕੇ ਕਿਉਂ ਆ ਰਹੇ ਨੇ? ਫਿਰ ਪਾਰਲੀਮੈਂਟ ਦੇ ਵਿੱਚ ਪਾਸ ਕਰਾਉਣ ਵਾਸਤੇ ਕਿਉਂ ਲੈ ਕੇ ਆ ਰਹੇ? ਕਿਉਂ ਕੀ ਜ਼ਰੂਰਤ ਹੈ? ਕੋਲੋਂ ਪੁੱਛੋ ਕਿ ਮਾਹਿਰਾਂ ਦੇ ਵੱਲੋਂ, ਸਿੱਖਿਆ ਮਾਹਿਰਾਂ ਦੇ ਵੱਲੋਂ ਤੇ ਕਿਹਾ ਜਾ ਰਿਹਾ ਹੈ, ਕੋਰਟ ਵੀ ਕਹਿ ਚੁੱਕਾ ਹੈ ਕਿ ਬਿਨਾਂ ਐਗਜ਼ਾਮਸ ਦਿੱਤੇ ਵਿਦਿਆਰਥੀਆਂ ਨੂੰ ਪ੍ਰਮੋਟ ਨਹੀਂ ਕੀਤਾ ਜਾ ਸਕਦਾ। ਤੇ ਇੱਥੋਂ ਤੱਕ ਕਿ ਕਈ ਵਿਦਿਆਰਥੀ ਵੀ ਹੱਕ ਦੇ ਵਿੱਚ ਨੇ। ਉਹ ਕਹਿ ਰਹੇ ਨੇ ਕਿ ਜੇਕਰ ਇਤਿਹਾਦ ਵਰਤ ਕੇ ਬਾਕੀ ਕੰਮ ਹੋ ਸਕਦੇ ਨੇ ਤਾਂ ਫਿਰ ਪ੍ਰੀਖਿਆਵਾਂ ਕਿਉਂ ਨਹੀਂ? ਆਈ ਦੇ ਵੀ ਪ੍ਰੈਜ਼ੀਡੈਂਟ ਇੱਥੇ ਨੇ, ਪਰ ਜਿਹੜੇ ਸਿੱਖਿਆ ਮਾਹਰ ਨੇ ਜਾਂ ਹੋਰ ਸਾਡੇ ਦੇਸ਼ ਦੀਆਂ ਜਿਹੜੀਆਂ ਮਾਣਯੋਗ ਅਦਾਲਤਾਂ ਨੇ ਉਹ ਗੱਲ ਕਹਿ ਚੁੱਕੀਆਂ ਕਿ ਬਿਨਾਂ ਪੇਪਰਾਂ ਤੋਂ ਅਸੀਂ ਵਿਦਿਆਰਥੀਆਂ ਨੂੰ ਪ੍ਰਮੋਟ ਨਹੀਂ ਕਰ ਸਕਦੇ। ਉਹਨਾਂ ਦੇ ਭਵਿੱਖ ਦੇ ਨਾਲ ਇਹ ਧੋਖਾ ਹੋਏਗਾ। ਅਸੀਂ ਬਿਲਕੁਲ ਨਹੀਂ ਮੰਨਦੇ। ਅਸੀਂ ਬਿਲਕੁਲ ਕਹਿੰਦੇ ਵੀ ਬਿਲਕੁਲ ਅਸੀਂ ਉਸ ਚੀਜ਼ ਨਾਲ ਸਹਿਮਤ ਹਾਂ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਸਾਡਾ ਪਾਰਲੀਮੈਂਟ ਚੱਲਣਾ ਹੈ, ਸਾਡਾ ਜਿਹੜਾ ਸੈਸ਼ਨ ਪੈਂਡਿੰਗ ਹੈ, ਕਿਉਂ ਪੈਂਡਿੰਗ ਸੀ? ਕਿਉਂ ਕਰੋਨਾ ਵਾਇਰਸ ਕਰਕੇ 800 ਬੰਦੇ ਨੂੰ ਕਿਵੇਂ ਬਿਠਾਉਣਾ, ਕਿਵੇਂ ਬਚਾਉਣਾ ਹੈ ਮੈਂਬਰ ਪਾਰਲੀਮੈਂਟ ਨੂੰ, ਉਹਦੇ ਵਾਸਤੇ ਇਹਨਾਂ ਕੋਲੋਂ ਪ੍ਰਬੰਧ ਨਹੀਂ ਸੀ ਹੋ ਰਿਹਾ। ਤੇ 22-23 ਲੱਖ ਬੱਚੇ ਦਾ ਪ੍ਰਬੰਧ ਕਿਵੇਂ ਕਰ ਸਕਦੇ ਉਹ ਵੀ ਥੋੜੀ ਲੋਕਾਂ ਨੂੰ ਦੱਸ ਦੇਣ ਨਾ। ਪ੍ਰਤੀ ਸਟੇਟ ਦੇ ਕਰੀਬ 80-90 ਹਜ਼ਾਰ ਬੱਚਾ ਆਉਂਦਾ ਜੇ ਅਸੀਂ ਐਵਰੇਜ ਵੀ ਲਾਈਏ, ਉਹਦਾ ਕਿਵੇਂ ਪ੍ਰਬੰਧ ਕਰਨਾ ਹੈ? ਲੋਕਡਾਊਨ ਹੈ, ਹਰ ਸਟੇਟ ਦੇ ਵੱਖੋ ਵੱਖਰੇ ਲਾਜ਼ ਨੇ, ਉੱਥੇ ਕਿਵੇਂ ਪ੍ਰੀਖਿਆ ਲੈਣੀਆਂ ਨੇ, ਕਿਵੇਂ ਬੱਚਿਆਂ ਨੇ ਜਾਣਾ ਹੈ, ਕਿਵੇਂ ਉਹ ਕੇਂਦਰਾਂ ਤੱਕ ਪਹੁੰਚਣਾ ਹੈ? ਕੀ ਸਿਰਫ ਫੀਸ ਲੈਣ ਤੱਕ ਇਹ ਕੰਮ ਹੈ ਕਿ ਫੀਸਾਂ ਇਕੱਠੀਆਂ ਕਰਨੀਆਂ ਨੇ? ਆਪਣਾ ਮਤਲਬ ਤੁਸੀਂ ਪਰ ਇੱਥੇ ਤੁਸੀਂ ਆਪਣੇ ਇਹਨਾਂ ਸਮਰਥਕਾਂ ਦੇ ਨਾਲ ਬੈਠ ਕੇ ਇੱਥੇ ਹੀ ਬੈਠ ਕੇ ਕੀ ਸਰਕਾਰ ਨੂੰ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਕਿ ਸ਼ਹੀਦਾਂ ਦੀ ਧਰਤੀ, ਇਹਨਾਂ ਨੂੰ ਦੇਖੋ, ਇਹਨਾਂ ਨੇ ਦੇਸ਼ ਆਜ਼ਾਦ ਕਰਾਇਆ ਸੀ, ਗੁਲਾਮੀ ਮਹਿਸੂਸ ਕਰਨ ਨੂੰ ਨਹੀਂ ਸੀ ਕਰਾਇਆ। ਅੱਜ ਸਾਰਾ ਦੇਸ਼ ਗੁਲਾਮ ਮਹਿਸੂਸ ਕਰ ਰਿਹਾ ਹੈ, ਡਿਕਟੇਟਰਸ਼ਿਪ ਹੈ। ਅੱਜ ਸ਼ਹੀਦਾਂ ਦੀ ਧਰਤੀ ਤੇ ਬਹਿ ਕੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਇਹ ਭੁੱਲ ਗਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ? ਕਿੱਦਾਂ 47 ਤੱਕ ਇਹਨਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ, ਆਪਣੇ ਪਰਿਵਾਰ ਕੁਰਬਾਨ ਕਰਤੇ, ਔਰ ਤੁਸੀਂ ਅੱਜ ਉਸ ਆਜ਼ਾਦ ਦੇਸ਼ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਿਉਂ ਕਰਾ ਰਹੇ ਜੀ? ਜੀ ਔਜਲਾ ਸਾਹਿਬ, ਮੈਂ ਇੱਥੇ ਜਿਹੜੇ NSUI ਦੇ ਪ੍ਰੈਜ਼ੀਡੈਂਟ ਨੇ, ਤੁਸੀਂ ਇੱਕ ਨੌਜਵਾਨ ਹੋ, ਤੁਸੀਂ ਨਹੀਂ ਸਮਝਦੇ ਕਿ ਇਹ ਜਿਹੜੀ ਤੁਸੀਂ ਮੰਗ ਰੱਖ ਰਹੇ ਹੋ ਇਹ ਕਿਉਂ? ਬਿਲਕੁਲ ਰਾਜੀਵ, ਤਾਂ ਜਿੱਥੇ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਨੇ, ਸਿਆਸਤ ਵੀ ਹੁਣ ਇਹਨਾਂ ਮਾਮਲਿਆਂ ਤੋਂ ਪੂਰੀ ਪੱਕ ਚੁੱਕੀ ਹੈ। ਸ਼ੁਕਰੀਆ ਫਿਲਹਾਲ ਇਹ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ। ਤੇ ਗੁਰਜੀਤ ਔਜਲਾ ਦੇ ਨਾਲ NSUI ਦੇ ਜਿਹੜੇ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਨੇ ਉਹ ਵੀ ਬੈਠੇ ਹੋਏ ਨੇ। ਪ੍ਰਦਰਸ਼ਨ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇੱਕ ਪਾਸੇ ਖੇਤੀ ਆਰਡੀਨੈਂਸਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਹੈ ਤਾਂ ਦੂਜੇ ਪਾਸੇ ਪ੍ਰੀਖਿਆਵਾਂ ਨਾ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ। ਹਵਾਲਾ ਦਿੱਤਾ ਜਾ ਰਿਹਾ ਹੈ ਗੁਰਜੀਤ ਔਜਲਾ ਦੇ ਵੱਲੋਂ ਕਿ ਜੇਕਰ
ਸੈਸ਼ਨ ਨਹੀਂ ਹਜੇ ਤੱਕ ਸਰਕਾਰ ਕਰਵਾ ਪਾ ਰਹੀ ਤਾਂ ਫਿਰ ਅਜਿਹੇ 'ਚ ਲੱਖਾਂ ਬੱਚਿਆਂ ਨੂੰ ਪ੍ਰੀਖਿਆ ਕਿਸ ਤਰ੍ਹਾਂ ਦਵਾਈ ਜਾਵੇਗੀ। तो फिलहाल एक छोटे ਜਿਹੇ ब्रेक के लिए रुकते हैं। ब्रेक तो बाद एक बार फिर थोड़ा स्वागत है। जिथे खेती ऑर्ਡੀਨੈਂਸਾਂ ਦੇ खिलाफ सियासत पखी हुई है उत्थे ही मोगा ਦੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ ਰਿਹਾ। खेती ऑर्ਡੀਨੈਂਸਾਂ ਦੇ खिलाफ किसाਨਾਂ ਦਾ ਪ੍ਰਦਰਸ਼ਨ ਜਾਰੀ है। प्रस्तावित बिजली सोध बिल ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ खेती ऑर्ਡੀਨੈਂਸਾਂ ਨੂੰ तुरंत वापस ਲੈਣ ਦੀ ਮੰਗ ਕੀਤੀ ਜਾ ਰਹੀ ਹੈ। 31 ਨੂੰ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਕਿਸਾਨਾਂ ਦੇ ਵੱਲੋਂ ਉਲੀਕੀ ਜਾਵੇਗੀ। ਤਾਂ ਦੱਸਦੇ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੱਖ-ਵੱਖ ਥਾਵਾਂ ਤੇ ਕੀਤੇ ਜਾ ਰਹੇ ਨੇ ਤੇ ਮੋਗਾ ਦੇ ਵਿੱਚ ਵੀ 5ਵੇਂ ਦਿਨ ਇਹ ਪ੍ਰਦਰਸ਼ਨ ਕਿਸਾਨਾਂ ਦਾ ਇਸੇ ਤਰ੍ਹਾਂ ਜਾਰੀ ਰਿਹਾ। ਪਿੰਡ ਸ਼ਹਿਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਪਿੰਡ ਦੀਆਂ ਹੱਦਾਂ ਤੇ ਜਿਹੜੇ ਕਿਸਾਨ ਨੇ ਡਟੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੇ ਕਿਸਾਨ ਹੈ ਇਹ 25 ਤਰੀਕ ਤੋਂ ਲਗਾਤਾਰ ਡਟੇ ਬੈਠੇ ਰਹੇ ਔਰ ਇਹਨਾਂ ਦਾ ਮੰਗ ਸੀ ਕਿ ਜਿਹੜਾ ਖੇਤੀ ਆਰਡੀਨੈਂਸ ਹੈ ਇਹਨੂੰ ਰੱਦ ਕੀਤਾ ਜਾਵੇ। ਬਿਜਲੀ ਦੇ ਬਿੱਲ ਹੈ 2020 ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਜਿਹੜੇ ਕਿਸਾਨ ਹੈ ਇਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਔਰ ਸਾਫ਼ ਤੌਰ ਤੇ ਇਹਨਾਂ ਦਾ ਕਹਿਣਾ ਕਿ ਅਗਰ ਕੋਈ ਵੀ ਅਕਾਲੀ ਭਾਜਪਾ ਲੀਡਰ ਅਗਰ ਪਿੰਡਾਂ 'ਚ ਵੜਦਾ ਉਹਨਾਂ ਦਾ ਵਿਰੋਧ ਕੀਤਾ ਜਾਏਗਾ। ਉਹਨਾਂ ਦਾ ਸਵਾਲ ਪੁੱਛੇ ਜਾਣਗੇ ਕਿ ਆਖਿਰ ਇਹ ਸਾਡੇ ਬਿੱਲ ਹੈ ਇਹ ਕਿਉਂ ਲਾਏ ਜਾ ਰਹੇ ਨੇ। ਸਾਡੇ ਨਾਲ ਕੁਝ ਕਿਸਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਸ ਮੁੱਦੇ ਤੇ। ਕੀ ਕਹੋਗੇ ਜੀ ਇਸ ਮੁੱਦੇ ਤੇ ਲਗਾਤਾਰ 25 ਤਰੀਕ ਤੋਂ ਸੰਘਰਸ਼ ਤੇ ਡਟੇ ਹੋਏ ਹੋ। ਅਸੀਂ ਸਾਡੀਆਂ ਮੁੱਖ ਮੰਗਾਂ ਹੈਗੀਆਂ ਖੇਤੀ ਨਾਲ ਸੰਬੰਧਿਤ ਆਰਡੀਨੈਂਸ ਜਿਹੜੇ 3 ਜਾਰੀ ਕੀਤੇ ਨੇ, ਬਿਜਲੀ ਸੋਧ ਬਿੱਲ 2020, ਭੂਮੀ ਗ੍ਰਹਿਣ ਬਿੱਲ ਦਾ ਜਿਹੜਾ ਖਰੜਾ ਪੇਸ਼ ਕੀਤਾ ਜਾ ਰਿਹਾ ਹੈਗਾ ਉਹਨਾਂ ਬਾਰੇ ਹੈਗਾ। ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਅਸੀਂ ਜਿਹੜਾ ਅੱਜ ਪਿੰਡਾਂ ਵਿੱਚ ਜਿਹੜਾ ਹੈਗਾ 25 ਤੋਂ 29 ਤੱਕ ਦਾ ਪ੍ਰੋਗਰਾਮ ਹੈ, ਇਸ ਤੋਂ ਅੱਗੇ 31 ਤੋਂ ਬਾਅਦ ਨਵਾਂ ਪ੍ਰੋਗਰਾਮ ਹੋਊਗਾ। ਅਸੀਂ ਅੱਜ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਕੋਈ ਅੱਜ ਮਤਲਬ ਬਹੁਤ ਵੱਡੀ ਗਿਣਤੀ 'ਚ ਇਕੱਠ ਹੋ ਰਹੇ ਨੇ। ਜੇ ਅੱਗੇ ਕੋਈ 10 ਵੀ ਆਉਂਦੇ ਸੀ ਤੇ ਅੱਜ ਜਿਹੜੇ ਹੈਗੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਆਉਂਦੇ ਉੱਥੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਲੱਖਾਂ ਲੋਕ ਜਿਹੜੇ ਹੈਗੇ ਆ ਉਹ ਪਿੰਡਾਂ ਦੀਆਂ ਸੱਥਾਂ 'ਚ ਆਉਣਗੇ ਅਤੇ ਇਹਨਾਂ ਜਿਹੜੇ ਹੈਗੇ ਆ ਆਰਡੀਨੈਂਸ ਨਾਲ ਸੰਬੰਧਿਤ ਐਨਡੀਏ ਸਰਕਾਰ ਦੇ ਭਾਈਵਾਲ ਅਕਾਲੀ ਭਾਜਪਾ ਵਾਲੇ ਹੈਗੇ ਆ, ਜੇ ਕਿਤੇ ਵੀ ਉਹ ਪਿੰਡਾਂ ਵਿੱਚ ਮਿਲਦੇ ਨੇ ਅਕਾਲੀ ਐਮਐਲਏ ਹੋਵੇ, ਐਮਪੀ ਹੋਵੇ, ਕੋਈ ਭਾਜਪਾ ਦਾ ਐਮਐਲਏ ਐਮਪੀ ਹੋਵੇ, ਕੋਈ ਮੰਤਰੀ ਹੋਵੇ, ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਵੇ, ਕਿਸੇ ਵੀ ਹਾਲਤ 'ਚ ਨਹੀਂ ਵੜਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਇੱਕ ਮਤਾ ਪਾਸ ਕੀਤਾ ਗਿਆ, ਉਹ ਤੋਂ ਵੀ ਕਿਸਾਨ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ। ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਹ ਜਿਹੜਾ ਆਰਡੀਨੈਂਸ ਹੈ ਇਹ ਰੱਦ ਕਰਨ ਦਾ ਸਿਰਫ ਮੋਦੀ ਸਰਕਾਰ ਦਾ ਹੱਕ ਹੈ ਔਰ ਮੋਦੀ ਸਰਕਾਰ ਅਗਰ ਇਹਨੂੰ ਰੱਦ ਕਰੇਗੀ ਉਨੀ ਚੱਕਰ ਇਹ ਜਿਹੜਾ ਹੈ ਸੰਘਰਸ਼ ਸਾਡਾ ਜਾਰੀ ਰਹੇਗਾ। ਦੀਪਕ ਸਿੰਘਲਾ, ਨਿਊਜ਼ 18 ਮੋਗਾ।